ਉਹਨਾਂ ਦਾ 90% ਜ਼ੋਰ ਹੈ ਜਿਹੜਾ ਆਪਦੇ ਆਪ ਨੂੰ ਆਮ ਆਦਮੀ ਸਾਬਤ ਕਰਨ ਤੇ ਲੱਗਿਆ ਹੋਇਆ। ਕਦੇ ਕਹਿੰਦੇ ਨੇ ਮੈਂ ਤਾਂ ਮੱਝ ਦੀ ਪੂਛ ਫੜ ਕੇ ਮੈਂ ਤਾਂ ਟੋਭੇ 'ਚ ਨਹਾਉਂਦਾ ਰਿਹਾ, ਕਦੇ ਕਹਿੰਦੇ ਨੇ ਮੈਂ ਟੈਂਟ ਲਾਉਂਦਾ ਰਿਹਾ, ਕਦੇ ਕਹਿੰਦੇ ਨੇ ਮੈਂ ਆਟੋ ਹੈ ਜਿਹੜਾ ਉਹ ਚਲਾਉਂਦਾ ਰਿਹਾ। ਉਹ ਭਾਈ ਤੁਸੀਂ ਹੁਣ ਮੁੱਖ ਮੰਤਰੀ ਬਣ ਗਏ, ਮੁੱਖ ਮੰਤਰੀ ਨਹੀਂ ਗੱਲਾਂ ਕਰੋ। ਵਿਰੋਧੀ ਧਿਰ ਵਾਲਿਆਂ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਕਿ ਐਂ ਟ੍ਰੀਟ ਕੀਤਾ ਜਾਂਦਾ ਵੀ ਇਹ ਵਿਧਾਇਕ ਜਿਹੜੇ ਉਹ ਪਾਕਿਸਤਾਨ ਦੇ ਹੋਣ। ਔਰ ਅਨਫੋਰਚੂਨੇਟਲੀ ਕਿ ਇਹ ਚੀਜ਼ ਭਾਈ ਸਾਹਿਬ ਮੈਂ ਦੱਸਣ ਵਾਲਾ ਕੌਣ ਹੁੰਦਾ ਕਿ ਸਾਡੀ ਲੜਾਈ ਕਿਹਦੇ ਨਾਲ ਨਹੀਂ ਹੋਏਗੀ। ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਚਾਹੇ ਉਹ ਘਰ ਘਰ ਨਸ਼ੇ ਪਹੁੰਚ ਕੇ ਉਹਨਾਂ ਦੀ ਗੱਲ ਕਰ ਲਈਏ, ਚਾਹੇ ਉਹ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਭੱਜ ਰਹੀ ਜਿਹਦੀ ਵਜ੍ਹਾ ਕਰਕੇ ਅਨਐਮਪਲੋਇਮੈਂਟ ਸਿਰ ਤੇ ਚੜ੍ਹ ਕੇ ਬੋਲ ਰਹੀ ਹੈ, ਚਾਹੇ ਇਨਫਰ ਐਜੂਕੇਸ਼ਨ ਸਿਸਟਮ ਅੱਜ ਖੁਦ ਆਪ ਵੈਂਟੀਲੇਟਰ ਦੇ ਉੱਪਰ ਹੋਇਆ ਪਿਆ, ਚਾਹੇ ਪੰਜਾਬ ਦੇ 3 ਲੱਖ ਕਰੋੜ ਦੇ ਕਰਜ਼ੇ ਦੀ ਆਪਾਂ ਗੱਲ ਕਰ ਲਈਏ। ਸਾਡੀ ਲੜਾਈ ਹੈ ਜਿਹੜੀ ਉਹ ਇਹਨਾਂ ਇਸ਼ੂਜ਼ ਦੇ ਨਾਲ ਹੈ। ਮੇਰੇ ਬਾਰੇ ਇਹ ਅਫਵਾਹਾਂ ਕਿ ਕਦੇ ਕਹਿੰਦੇ ਨੇ ਕਾਂਗਰਸ ਚੱਲਿਆ, ਕਦੇ ਕਹਿੰਦੇ ਨੇ ਅਕਾਲੀ ਦਲ ਚੱਲਿਆ, ਕਦੇ ਕਦੇ ਕਿਸੇ ਦੇ ਵਿੱਚ ਪਿਛਲੇ 5 ਸਾਲਾਂ ਤੋਂ ਇਹ ਅਫਵਾਹਾਂ ਨੇ ਜਿਹੜੀਆਂ ਚੱਲਦੀਆਂ ਆ ਰਹੀਆਂ। ਗਿਵਨ ਸਰਕਮਸਟਾਂਸਿਸ ਦੇ ਵਿੱਚੋਂ ਇਹਨਾਂ ਹਾਲਾਤਾਂ ਦੇ ਵਿੱਚੋਂ ਜੇ ਕੋਈ ਪੰਜਾਬ ਨੂੰ ਕੱਢ ਸਕਦਾ ਉਹ ਆਮ ਆਦਮੀ ਪਾਰਟੀ ਕੀ ਕੱਢ ਸਕਦੀ ਹੈ। ਅਜੀਤ ਵੈਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਇੱਥੇ ਸਾਡੇ ਨਾਲ ਮੌਜੂਦ ਨੇ ਸਨਾਮ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ। ਅਰੋੜਾ ਪਰਿਵਾਰ ਕੇਵਲ ਸੰਗਰੂਰ ਜ਼ਿਲ੍ਹੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਕਿਸੇ ਮੁੱਢਲੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੇ ਸਪੁੱਤਰ ਨੇ ਅਮਨ ਅਰੋੜਾ ਜੀ। ਮੰਤਰੀ ਵੀ ਰਹੇ ਨੇ, ਸਨਾਮ ਹਲਕੇ ਤੋਂ 2 ਵਾਰ ਉਹਨਾਂ ਨੁਮਾਇੰਦਗੀ ਕੀਤੀ। ਇਸ ਵਾਰ ਅਮਨ ਅਰੋੜਾ ਨੂੰ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਨਾਮ ਹਲਕੇ ਤੋਂ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ। ਸਾਡੇ ਨਾਲ ਮੌਜੂਦ ਨੇ ਅਮਨ ਅਰੋੜਾ ਜੀ। ਅੱਡ-ਅੱਡ ਰਾਜਸੀ ਮੁੱਦਿਆਂ ਤੇ ਸੰਬੰਧੀ, ਕਿਉਂਕਿ ਇਲੈਕਸ਼ਨ ਨੇੜੇ ਆ, ਕਿਸੇ ਵੀ ਟਾਈਮ ਸੂਬੇ ਦੇ ਵਿੱਚ ਕੋਡ ਆਫ ਕੰਡਕਟ ਲੱਗ ਸਕਦਾ। ਅੱਡ-ਅੱਡ ਮੁੱਦਿਆਂ ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ। ਅਮਨ ਅਰੋੜਾ ਜੀ, ਸਵਾਗਤ ਹੈ ਤੁਹਾਡਾ ਅਜੀਤ ਵੈਬ ਤੇ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰੇ ਸਰੋਤਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਅਰੋੜਾ ਸਾਹਿਬ, 2017 ਦੇ ਵਿੱਚ ਸਨਾਮ ਹਲਕੇ ਨੇ ਤੁਹਾਨੂੰ ਨੁਮਾਇੰਦਗੀ ਦਿੱਤੀ, ਵਿਧਾਨ ਸਭਾ ਦੇ ਵਿੱਚ ਭੇਜਿਆ, ਪਰ ਸਰਕਾਰ ਕਾਂਗਰਸ ਦੀ ਆਈ, ਆਪੋਜੀਸ਼ਨ 'ਚ ਰਹੀ। ਅਰੋੜਾ ਸਾਹਿਬ, ਕਿਸ ਤਰ੍ਹਾਂ ਇਹ ਸਮਾਂ ਬਤੀਤ ਕੀਤਾ? ਕਿਉਂਕਿ ਲੋਕਾਂ ਦੀ ਖਾਹਿਸ਼ਾਂ ਬਹੁਤ ਹੁੰਦੀਆਂ ਨੇ ਵਿਧਾਇਕ ਤੋਂ, ਲੋਕਾਂ ਦੇ ਕੰਮਕਾਜ ਬੜੇ ਹੁੰਦੇ ਨੇ। ਕਿਸ ਤਰ੍ਹਾਂ ਤੁਸੀਂ ਇਹ ਸਮੱਸਿਆ ਦਾ ਹੱਲ ਕੀਤਾ? ਦੇਖੋ, ਇਸ ਤਰ੍ਹਾਂ ਹੈ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਲੋਕ ਇੱਕ ਵਾਰੀ ਕਿਸੇ ਨੁਮਾਇੰਦੇ ਨੂੰ ਚੁਣ ਲੈਂਦੇ ਨੇ ਅਤੇ ਉਹਨਾਂ ਦੀ ਉਮੀਦਾਂ ਆਸਾਂ ਨੇ ਜਿਹੜੀਆਂ ਉਹ ਉਸ ਵਿਅਕਤੀ ਤੋਂ ਹੋ ਜਾਂਦੀਆਂ ਨੇ ਅਤੇ ਉਹ ਵਿਅਕਤੀ ਨੂੰ ਆਸਾਂ ਉਹ ਪੂਰੀਆਂ ਕਰਨੀਆਂ ਵੀ ਚਾਹੀਦੀਆਂ। ਅਤੇ ਮੈਂ ਆਪਦੇ ਵੱਲੋਂ ਜ਼ਾਤੀ ਤੌਰ ਦੇ ਉੱਪਰ, ਚਾਹੇ ਸਰਕਾਰ ਕਾਂਗਰਸ ਪਾਰਟੀ ਦੀ ਬਣ ਗਈ ਅਤੇ ਅਨਫੋਰਚੂਨੇਟਲੀ ਮਾਹੌਲ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੂਬੇ ਦੇ ਵਿੱਚ ਇਹ ਬਣਿਆ ਪਿਆ ਕਿ ਜਦੋਂ ਕੋਈ ਵਿਰੋਧੀ ਦਲ ਦਾ MLA ਕਿਸੇ ਹਲਕੇ ਦੇ ਵਿੱਚੋਂ ਬਣ ਜਾਂਦਾ ਹੈ ਤਾਂ ਉਹਦੇ ਨਾਲ ਤਾਂ ਬੜਾ ਸੌਤੇਲੀ ਮਾਣ ਰਵੱਈਆ ਜਿਹੜਾ ਉਹ ਸਰਕਾਰ ਕਰਦੀ ਹੈ। ਇਹ ਪ੍ਰਤੀਤ ਹੁੰਦਾ ਹੈ ਵਿਰੋਧੀ ਧਿਰ ਦੇ MLA ਨੂੰ ਕਿ ਜਿਵੇਂ ਉਹ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਨਾ ਹੋ ਕੇ ਪਾਕਿਸਤਾਨ ਦੇ ਲੋਕਾਂ ਦੇ ਨੁਮਾਇੰਦੇ ਹੋਣ। ਵੱਡੇ ਕੰਮ ਨੇ ਜਿਹੜੇ ਸਰਕਾਰੀ ਕੰਮ ਨੇ, ਡਿਵੈਲਪਮੈਂਟ ਦੇ ਕੰਮ ਨੇ, ਉਹ ਬਹੁਤ ਲੰਬੇ ਚੌੜੇ ਨੇ ਜਿਹੜੇ ਹਜੇ ਵੀ ਸਨਾਮ ਹਲਕੇ ਦੇ ਵਿੱਚ ਕਰਨ ਵਾਲੇ ਪਏ ਨੇ। ਪਰ ਮੈਂ ਜ਼ਾਤੀ ਤੌਰ ਦੇ ਉੱਪਰ, ਕਿਉਂਕਿ ਜਦੋਂ ਮੈਂ ਮੰਨ ਕੇ ਚੱਲਦਾ ਕਿ ਛੋਟਾ ਬੰਦਾ, ਲੋੜਵੰਦ, ਗਰੀਬ ਬੰਦਾ, ਉਹਦੇ ਕੰਮ ਕਾਰਨ ਜਿਹੜੇ ਉਹ ਰੁੱਝ ਜਾਂਦੇ ਨੇ, ਉਹ ਖੱਜਲ ਖੁਆਰ ਹੋ ਜਾਂਦਾ। ਵੱਡਾ ਬੰਦਾ ਤਾਂ ਫਿਰ ਪੈਸੇ ਨਾਲ, ਸਿਫਾਰਿਸ਼ ਨਾਲ ਆਪਦਾ ਕੰਮ ਕਰਵਾ ਜਾਂਦਾ ਹੈ। ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਜਦੋਂ ਮੁਸਲਮਾਨ ਦੇ ਲੋਕਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ, ਮੈਂ ਆਪਣੇ ਵੱਲੋਂ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਬਣਾ ਕੇ ਉਸ ਦੇ ਵਿੱਚ ਸਨਾਮ ਕੋਠੀ ਦੇ ਵਿੱਚ ਮੈਂ ਆਪਣੇ ਦਫ਼ਤਰ ਦੇ ਵਿੱਚ ਇੱਕ ਸੇਵਾ ਕੇਂਦਰ ਹੈ ਜਿਹੜਾ ਉਹ ਸ਼ੁਰੂ ਕੀਤਾ। ਹਰ ਰੋਜ਼ ਅਸੀਂ ਕੈਂਪ ਲਾਉਂਦੇ ਹਾਂ ਪਿਛਲੇ ਪੌਣੇ 5 ਸਾਲਾਂ ਤੋਂ। ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਹੁਣ ਤੱਕ ਤਕਰੀਬਨ 56-57 ਹਜ਼ਾਰ ਲੋਕਾਂ ਨੂੰ ਉੱਥੋਂ ਉਹ ਸੇਵਾ ਕੇਂਦਰ ਦੇ ਵਿੱਚੋਂ ਫ੍ਰੀ ਆਫ ਕਾਸਟ, ਟੋਟਲੀ ਫ੍ਰੀ ਹੈ ਜਿਹੜੀ ਅਸੀਂ ਮੁਫਤ ਸੇਵਾਵਾਂ ਨੇ ਜਿਹੜੀਆਂ, ਚਾਹੇ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਨੇ, ਚਾਹੇ ਲਾਭ ਕਾਪੀਆਂ ਦੇ ਰੂਪ ਦੇ ਵਿੱਚ ਨੇ, ਚਾਹੇ ਉਹ 5 ਲੱਖ ਦੇ ਬੀਮਾ ਕਾਰਡਾਂ ਦੀ ਗੱਲ ਕਰ ਲਈ, ਚਾਹੇ ਆਧਾਰ ਕਾਰਡ ਦੀ ਸੁਧਾਈ ਦਾ ਕੰਮ ਕਰ ਲਈਏ, ਚਾਹੇ ਹੁਣ ਈ-ਸ਼੍ਰਮ ਕਾਰਡ ਬਣ ਰਹੇ ਨੇ। 56-57 ਹਜ਼ਾਰ ਲੋਕਾਂ ਤੋਂ ਮੈਂ ਆਪਦੇ ਹਲਕੇ ਦੇ, ਬਲਕਿ ਬਾਕੀ ਨੇੜੇ ਦੇ ਜਿਹੜੇ ਪਿੰਡ ਪੈਂਦੇ ਨੇ, ਕੋਈ ਜਿਹੜੇ ਵੀ ਹਲਕੇ ਦਾ, ਕੋਈ ਲਹਿਰੇ ਹਲਕੇ ਦਾ, ਮੈਨੂੰ 8-10-12 ਹਜ਼ਾਰ ਲੋਕ ਉਹ ਕੰਮ ਕਰਵਾ ਕੇ ਉੱਥੋਂ ਜਾ ਚੁੱਕੇ ਨੇ। ਇਸੇ ਤਰੀਕੇ ਦੇ ਨਾਲ ਮੈਂ ਆਪਦੇ ਜ਼ਾਤੀ ਪੱਧਰ ਦੇ ਉੱਪਰ ਇਸੇ ਫਾਊਂਡੇਸ਼ਨ ਦੇ ਵਿੱਚ ਫ੍ਰੀ ਮੈਡੀਕਲ, ਡੈਂਟਲ ਔਰ ਕੈਂਸਰ ਦਾ ਚੈੱਕਅਪ ਕੈਂਪ ਜਿਹੜੇ ਉਹ ਲਾਉਂਦੇ ਹਾਂ। 32-33 ਹਜ਼ਾਰ ਲੋਕਾਂ ਨੂੰ ਉਹਦੇ ਵਿੱਚੋਂ ਅਸੀਂ ਜਿਹੜਾ ਲਾਹਾ ਹੈ ਜਿਹੜਾ ਉਹ ਟੋਟਲੀ ਫ੍ਰੀ ਆਫ ਕਾਸਟ ਜਿਹੜਾ ਟਰੀਟਮੈਂਟ ਹੈ ਉਹ ਦੇ ਚੁੱਕੇ ਹਾਂ। ਟੈਸਟ ਔਰ ਦਵਾਈਆਂ ਫ੍ਰੀ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਪਿਛਲੇ 1 ਸਾਲ ਤੋਂ ਸਿਲਾਈ ਸੈਂਟਰ, ਫ੍ਰੀ ਸਿਲਾਈ ਸੈਂਟਰ ਲੜਕੀਆਂ ਨੂੰ ਆਪਦੇ ਪੈਰਾਂ ਸਿਰ ਖੜ੍ਹਾ ਕਰਨ ਲਈ ਮੈਂ ਸ਼ੁਰੂ ਕੀਤਾ ਹੋਇਆ।
ਉਹਦੇ ਵਿੱਚ ਤਕਰੀਬਨ ਹੁਣ ਤੱਕ 2400 ਲੜਕੀਆਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਹੈ ਜਿਹੜਾ ਉਹ ਬਣ ਚੁੱਕੇ, ਟੋਟਲੀ ਫਰੀ ਹੈ ਇਹ। ਇਸੇ ਤਰੀਕੇ ਨਾਲ ਚਾਹੇ ਸੁਨਾਮ ਹਲਕੇ ਦੇ ਸਰਕਾਰੀ 10 ਸਕੂਲਾਂ ਦੀ ਗੱਲ ਕਰ ਲਈ, ਸਰਕਾਰੀ ਸਕੂਲਾਂ ਦੇ ਵਿੱਚ ਬਾਥਰੂਮ ਬਣਾਉਣ ਦੀ ਗੱਲ ਕਰ ਲਈਏ, ਚਾਹੇ 76 ਸਕੂਲਾਂ ਦੇ ਵਿੱਚ ਮੈਂ ਆਪਦੇ ਕੋਲੋਂ ਸਕੂਲਾਂ ਨੂੰ ਸਮਾਰਟ ਕਲਾਸਰੂਮ ਜਿਹੜੇ ਉਹ ਬਣਾ ਕੇ ਦਿੱਤੇ ਨੇ। ਹਰ ਸਾਲ 11 ਲੜਕੀਆਂ ਨੂੰ ਅਸੀਂ ANM ਦੀ ਪੜ੍ਹਾਈ ਦਿੰਦੇ ਹਾਂ। ਤਕਰੀਬਨ 125 ਤੋਂ ਵੀ ਵੱਧ ਨੌਜਵਾਨਾਂ ਨੂੰ ਹੁਣ ਤੱਕ ਸਪੋਰਟਸ ਦੀਆਂ ਕਿੱਟਾਂ ਨੇ ਜਿਹੜੀਆਂ ਉਹ ਦੇ ਚੁੱਕੇ ਹਾਂ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਮੈਂ ਆਪਦੇ ਕੋਲੋਂ ਹੀ ਪਿਛਲੇ 5 ਸਾਲਾਂ ਦੇ ਵਿੱਚ ਕਰ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਲੋਕ, ਲੋੜਵੰਦ ਲੋਕ ਜਿਹੜੇ ਵਿਚਾਰੇ ਇਹਨਾਂ ਛੋਟੀ ਛੋਟੀ ਚੀਜ਼ਾਂ ਦੇ ਲਈ ਖੱਜਲ ਖੁਆਰ ਹੁੰਦੇ ਫਿਰਦੇ ਰਹਿੰਦੇ ਨੇ, ਉਹਨਾਂ ਨੂੰ ਮੈਂ ਕੁਛ ਨਾ ਕੁਛ ਰਾਹਤ ਦੇਣ ਦੇ ਵਿੱਚ ਕਾਮਯਾਬ ਹੋਇਆ। ਜਿੱਥੇ ਤੱਕ ਰਹੇ ਸਰਕਾਰੀ ਕੰਮ, ਜਿਸ ਦਿਨ ਇਹ ਸਰਕਾਰ ਬਣੀ ਉਸ ਦੇ ਪਹਿਲੇ ਸੈਸ਼ਨ ਦੇ ਵਿੱਚ ਹੀ ਸੁਨਾਮ ਦਾ ਸਾਡਾ ਲੰਮੇ ਸਮੇਂ ਤੋਂ ਇੱਕ ਮੰਗ ਚੱਲੀ ਆ ਰਹੀ ਸੀ ਫਾਇਰ ਬ੍ਰਿਗੇਡ ਦੀ। ਉਹ ਮੈਂ ਸਰਕਾਰ ਕੋਲ ਰੱਖੀ। ਨਵਜੋਤ ਸਿੰਘ ਸਿੱਧੂ ਉਸ ਸਮੇਂ ਮੰਤਰੀ ਸੀਗੇ, ਅਤੇ ਜੁਲਾਈ 2017 ਦੇ ਵਿੱਚ ਹੀ ਸੁਨਾਮ ਦੇ ਵਿੱਚ ਅਸੀਂ ਫਾਇਰ ਬ੍ਰਿਗੇਡ ਸਟੇਸ਼ਨ ਉਹ ਇਸਟੈਬਲਿਸ਼ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ। ਇਸੇ ਤਰੀਕੇ ਦੇ ਨਾਲ ਲੌਂਗੋਵਾਲ ਦੇ ਵਿੱਚ ਲੜਕੀਆਂ ਦੇ ਨਵੇਂ ਸਕੂਲ ਦੀ ਗੱਲ ਹੋਵੇ, ਤਕਰੀਬਨ 6.5 ਕਰੋੜ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ। ਪੁਲ ਲੌਂਗੋਵਾਲ ਜਿਹੜਾ ਬਣਿਆ ਉਹਦੇ ਵਾਸਤੇ 2-3 ਵਾਰੀ ਵਿਧਾਨ ਸਭਾ ਦੇ ਵਿੱਚ ਮਸਲਾ ਚੱਕਿਆ ਅਤੇ ਅੱਜ ਉਹ ਬਣ ਕੇ ਤਿਆਰ ਹੋ ਚੁੱਕਿਆ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਸਮਝਦਾ ਕਿ ਕਰਾਉਣ ਦੇ ਵਿੱਚ ਕਾਮਯਾਬ ਹੋਇਆ। ਪਰ ਡੈਫੀਨੇਟਲੀ ਆਲ ਸੈਡ ਐਂਡ ਡਨ ਕੰਮ ਸੁਨਾਮ ਹਲਕੇ ਦੇ ਇੰਨੇ ਕੁ ਪੈਂਡਿੰਗ ਪਏ ਨੇ, ਬਕਾਇਆ ਪਏ ਨੇ, ਪਰ ਉਹ ਖੁਦ ਹੀ ਸੰਭਵ ਹੁੰਦੇ ਨੇ ਜਦੋਂ ਸਰਕਾਰ ਦੇ ਵਿੱਚ ਹੱਥ ਪੈਂਦਾ ਹੋਵੇ। ਵਿਰੋਧੀ ਧਿਰ ਵਾਲਿਆਂ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਕਿ ਐਂ ਟਰੀਟ ਕੀਤਾ ਜਾਂਦਾ ਵੀ ਇਹ ਵਿਧਾਇਕ ਨੇ ਜਿਹੜੇ ਉਹ ਪਾਕਿਸਤਾਨ ਦੇ ਹੋਣ। ਔਰ ਅਨਫੋਰਚੂਨੇਟਲੀ ਪੰਜਾਬ ਦੇ ਹੀ ਇੱਕ ਅਜਿਹੀ ਸਟੇਟ ਹੈ ਜਿੱਥੇ MP ਲੈਡ ਫੰਡ ਹੈ, ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੈ, ਜਿੱਥੇ ਜਿਵੇਂ MP ਨੂੰ 5 ਕਰੋੜ ਮਿਲਦਾ ਹੈ, MLA ਸਿਰਫ ਪੰਜਾਬ ਦੀ ਇੱਕ ਅਜਿਹੇ ਨੇ ਜਿੱਥੇ ਉਹਨਾਂ ਨੂੰ ਇੱਕ ਨਵਾਂ ਪੈਸਾ ਵੀ ਨਹੀਂ ਮਿਲਦਾ ਹੈਗਾ। ਬਾਕੀ ਸਾਰੀਆਂ ਸਟੇਟਾਂ ਨੇ ਜਿਹੜੀਆਂ ਉੱਥੇ 2 ਤੋਂ ਲੈ ਕੇ 4 ਕਰੋੜ ਹੈ ਹਰ ਸਾਲ ਉਹ MLA ਨੂੰ ਮਿਲਦਾ ਡਿਵੈਲਪਮੈਂਟ ਵਾਸਤੇ। ਦਿੱਲੀ ਦੇ ਵਿੱਚ ਇੱਕ MLA ਨੂੰ 10 ਕਰੋੜ ਰੁਪਏ ਮਿਲਦਾ ਹਰ ਸਾਲ, ਪੰਜਾਬ ਦੇ ਵਿੱਚ 10 ਰੁਪਏ ਵੀ ਨਹੀਂ ਮਿਲਦੇ ਹੈਗੇ। ਸੋ ਇਸ ਕਰਕੇ ਜਿਹੜਾ ਮਾਹੌਲ ਹੈ ਉਹ ਬੜਾ ਨੈਗੇਟਿਵਿਟੀ ਵਾਲਾ ਆਪੋਜੀਸ਼ਨ ਦੇ MLA ਪ੍ਰਤੀ ਰਹਿੰਦਾ ਹੈ। ਪਰ ਫਿਰ ਵੀ ਮੈਂ ਸਮਝਦਾ ਕਿ ਆਪਦੇ ਜ਼ਾਤੀ ਰਿਸੋਰਸਿਸ ਤੋਂ, ਆਪਦੇ ਜ਼ਾਤੀ ਅਸਰ ਰਸੂਖ ਦੇ ਨਾਲ ਕਾਫੀ ਕੰਮ ਨੇ ਜਿਹੜੇ ਮੈਂ ਮਨ ਨੂੰ ਤਸੱਲੀ ਹੈ ਕਿ ਕਰਨ ਦੇ ਵਿੱਚ ਕਾਮਯਾਬ ਹੋਇਆ। ਪਰ ਬਹੁਤ ਸਾਰੇ ਕੰਮ, ਵੱਡੇ ਕੰਮ ਨੇ ਜਿਹੜੇ ਉਹਦੀ ਹੋ ਪਾਉਣਗੇ, ਉਹਦੀ ਕਰਵਾ ਪਾਵਾਂਗੇ ਜਦੋਂ 2022 ਦੇ ਵਿੱਚ ਸਰਕਾਰ ਬਣ ਜਾਂਦੀ ਹੈ, ਸਰਕਾਰ ਦੇ ਹੱਥ ਪੈ ਜਾਂਦੇ, ਅਤੇ ਫਿਰ ਸੁਨਾਮ ਹਲਕਾ ਉਹੀ ਡਿਵੈਲਪਮੈਂਟ ਦੀਆਂ ਲੀਹਾਂ ਦੇਖੇਗਾ ਜਿਹੜੀਆਂ ਮੇਰੇ ਪਿਤਾ ਸਵਰਗੀ ਭਗਵੰਤ ਸਿੰਘ ਹੁੱਡਾ ਵੇਲੇ 92 ਤੋਂ 97 ਤੱਕ ਜਦੋਂ ਸਰਕਾਰ ਸੀਗੀ ਅਤੇ ਸਰਕਾਰ ਦੇ MLA ਸੀਗੇ, ਕੁਝ ਸਮਾਂ ਮਿਨਿਸਟਰ ਰਹੇ, ਅਤੇ ਉਹੀ ਡਿਵੈਲਪਮੈਂਟ ਦੀਆਂ ਲੀਹਾਂ ਦੇ ਉੱਪਰ ਸੁਨਾਮ ਨੂੰ ਦੁਬਾਰਾ ਤੋਰਿਆ ਜਾਵੇਗਾ। ਅਰੋੜਾ ਸਾਹਿਬ, ਮਾਲਵਾ ਖਿੱਤੇ ਦੀ ਵਿਧਾਨ ਸਭਾ ਹਲਕਾ ਸੁਨਾਮ ਨੂੰ ਮਾਲਵਾ ਖਿੱਤੇ ਦਾ ਇੱਕ ਅਹਿਮ ਹਲਕਾ ਮੰਨਿਆ ਜਾਂਦਾ। ਸਿਆਸੀ ਤੌਰ 'ਤੇ ਕਿਸੇ ਟਾਈਮ ਇਸ ਨੂੰ ਅਕਾਲੀ ਦਲ ਦਾ ਗੜ੍ਹ ਵੀ ਗਿਣਿਆ ਜਾਂਦਾ ਰਿਹਾ। ਮੌਜੂਦਾ ਹਾਲਾਤ ਇਹ ਨੇ, ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸੁਨਾਮ ਦੀ ਪ੍ਰਤੀਨਿਧਤਾ ਵੀ ਕਈ ਵਾਰ ਕੀਤੀ, ਉਹਨਾਂ ਦਾ ਵੀ ਉੱਥੇ ਜਾਣ ਦਾ ਰਹੇਗਾ। ਅਕਾਲੀ ਦਲ ਬਾਦਲ ਦੇ ਕੈਂਡੀਡੇਟ ਬਲਦੇਵ ਸਿੰਘ ਮਾਨ ਉੱਥੋਂ ਅਨਾਊਂਸ ਹੋ ਚੁੱਕੇ ਨੇ। ਕਾਂਗਰਸ ਦਾ ਵੀ ਸੰਭਾਵੀ ਚਿਹਰਾ ਉਹਦੇ ਦਿਨਾਂ 'ਚ ਸਾਹਮਣੇ ਆ ਜਾਊਗਾ। ਤੁਸੀਂ ਕੀ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦਾ ਕਿਹੜੀ ਧਿਰ ਨਾਲ ਲੜਾਈ ਹੋਣੀ ਚਾਹੀਦੀ? ਨਹੀਂ, ਦੇਖੋ, ਸਾਡੀ ਲੜਾਈ ਜਿਹੜੀ ਅਸੀਂ ਕਿਸੇ ਧਿਰ ਨਾਲ ਅਸੀਂ ਲੜਾਈ ਲੜ ਕੇ ਰਾਜ਼ੀ ਨਹੀਂ ਹੈਗੇ। ਅਸੀਂ ਪੰਜਾਬ ਦੇ ਜਿਹੜੀਆਂ ਅਲਾਮਤਾਂ ਨੇ, ਪੰਜਾਬ ਦਾ ਜੋ ਦੇ ਅਹਿਮ ਮਸਲੇ ਨੇ, ਮੁੱਦੇ ਨੇ ਜਿਹੜੇ ਪਿਛਲੇ 15 ਸਾਲਾਂ ਤੋਂ ਅਨਸੋਲਡ ਪਏ ਨੇ, ਅਣਸੁਲਝੇ ਪਏ ਨੇ, ਉਹਨਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਹੈਗਾ। ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਚਾਹੇ ਉਹ ਘਰ ਘਰ ਨਸ਼ੇ ਪਹੁੰਚ ਗਏ ਉਹਨਾਂ ਦੀ ਗੱਲ ਕਰ ਲਈਏ, ਚਾਹੇ ਉਹ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਭੱਜ ਰਹੀ ਜਿਹਦੀ ਵਜ੍ਹਾ ਕਰਕੇ ਅਨਐਮਪਲੋਇਮੈਂਟ ਸਿਰ ਤੇ ਚੜ੍ਹ ਕੇ ਬੋਲ ਰਹੀ ਹੈ, ਚਾਹੇ ਹੈਲਥ ਔਰ ਐਜੂਕੇਸ਼ਨ ਸਿਸਟਮ ਅੱਜ ਖੁਦ ਆ ਵੈਂਟੀਲੇਟਰ ਦੇ ਉੱਪਰ ਹੋਇਆ ਪਿਆ, ਚਾਹੇ ਪੰਜਾਬ ਦੇ 3 ਲੱਖ ਕਰੋੜ ਦੇ ਕਰਜ਼ੇ ਦੀ ਆਪਾਂ ਗੱਲ ਕਰ ਲਈਏ। ਸਾਡੀ ਲੜਾਈ ਹੈ ਜਿਹੜੀ ਉਹ ਇਹਨਾਂ ਇਸ਼ੂਜ਼ ਦੇ ਨਾਲ ਹੈ, ਇਹਨਾਂ ਮੁੱਦਿਆਂ ਦੇ ਨਾਲ ਹੈ। ਇਹਨਾਂ ਅਲਾਮਤਾਂ ਨੂੰ ਖਤਮ ਕਰਕੇ ਦੁਬਾਰਾ ਮੁੜ ਕੇ ਪੰਜਾਬ ਨੂੰ ਰੰਗਲਾ। ਅਰੋੜਾ ਸਾਹਿਬ, ਮੇਰਾ ਕਹਿਣ ਦਾ ਭਾਵ ਰਾਜਸੀ ਲੜਾਈ ਤੋਂ ਕਿਹੜੀ ਧਿਰ ਨੂੰ ਸਟਰੋਂਗ ਪਾਉਂਦੀ? ਦੇਖੋ, ਇਸ ਤਰ੍ਹਾਂ ਹੈ ਕਿ ਮੈਂ ਤੁਹਾਡਾ ਸਵਾਲ ਪਹਿਲਾਂ ਵੀ ਸਮਝ ਗਿਆ ਸੀ, ਮੈਂ ਤੁਹਾਡਾ ਸਵਾਲ ਹੁਣ ਵੀ ਸਮਝ ਗਿਆ, ਪਰ ਉਹਦੇ 'ਚ ਮਸਲਾ ਇਹ ਹੈ ਕਿ ਇਹ ਚੀਜ਼ ਭਾਈ ਸਾਹਿਬ ਮੈਂ ਦੱਸਣ ਵਾਲਾ ਕੌਣ ਹੁੰਦਾ ਕਿ ਸਾਡੀ ਲੜਾਈ ਕਿਹਦੇ ਨਾਲ ਨਹੀਂ ਹੋਏਗੀ। ਇਹ ਤਾਂ ਲੋਕਤੰਤਰ ਦੇ ਵਿੱਚ ਲੋਕ ਮਾਲਕ ਹੁੰਦੇ ਨੇ, ਉਹੀ ਲੋਕ ਨੇ ਜਿਹੜੇ ਵੋਟਰ ਹੈ ਜਿਹੜਾ ਉਹ ਸਾਡੀ ਕਿਸਮਤ ਲਿਖਦਾ। ਇਹ ਤਾਂ ਉਹ ਦੱਸਣਗੇ ਕਿ ਕਿਹਨੂੰ ਅਰਸ਼ 'ਤੇ ਬਿਠਾਉਣਾ, ਕਿਹਨੂੰ ਫਰਸ਼ 'ਤੇ ਬਿਠਾਉਣਾ, ਕਿਹਨੂੰ ਜਿਤਾਉਣਾ, ਕਿਹਨੂੰ ਹਰਾਉਣਾ ਹੈ, ਇਹ ਤਾਂ ਉਹ ਦੱਸਣਗੇ। ਮੈਂ ਇਹ ਜਿਹਾ ਤਕਰੀਬਨ ਇਹਦਾ ਚੋਣ ਜ਼ਾਬਤਾ ਵੀ ਲਾਗੂ ਨਹੀਂ ਹੋਇਆ ਹੈਗਾ
ਹੈ ਜੀ। ਮੈਂ ਤੁਹਾਨੂੰ ਕੋਈ ਗੱਲ ਕਹਾਂ ਤਾਂ ਮੈਂ ਸਮਝਦਾ ਕਿ ਬਹੁਤ ਨੋਰਮਲੀ ਲੀਡਰ ਕਹਿ ਦਿੰਦੇ ਹੁੰਦੇ ਨੇ ਕਿ ਸਾਡਾ ਕਿਸੇ ਨਾਲ ਹੀ ਮੁਕਾਬਲਾ ਨਹੀਂ ਹੈਗਾ ਜੀ, ਸਾਰਿਆਂ ਦੀ ਜ਼ਮਾਨ ਦਾ ਜ਼ਬਤ ਕਰਾਵਾਂਗੇ, ਪਰ ਮੈਂ ਉਹ ਹੰਕਾਰ ਵਾਲੀਆਂ ਗੱਲਾਂ ਹੁੰਦੇ ਨੇ, ਮੈਂ ਇਹੋ ਜਿਹੇ ਹੰਕਾਰ ਤੋਂ ਕੋਹਾਂ ਦੂਰ ਹਾਂ। ਮੇਰਾ ਪਰਪਸ, ਮੇਰਾ ਮਕਸਦ ਹੈ ਜਿਹੜਾ, ਉਹ ਦਿਨ ਰਾਤ ਇੱਕ ਕਰਕੇ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਮਿਹਨਤ ਦੇ ਨਾਲ ਆਪਦੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ, ਲੋਕਾਂ ਦੇ ਕੰਮ ਕਰਨਾ। ਹੁਣ ਉਹਦਾ ਰਿਵਾਰਡ ਕੀ ਦੇਣਾ ਹੈ, ਮੈਨੂੰ ਉਹਦੇ ਵਿੱਚੋਂ ਕਿੰਨੇ ਨੰਬਰ ਦੇਣੇ ਨੇ, ਜਾਂ ਮੈਨੂੰ ਹੋਰ ਮੌਕਾ ਕੀ ਦੇਣਾ ਕਿ ਨਹੀਂ ਦੇਣਾ, ਤਾਂ ਮੇਰੇ ਸੁਨਾਮ ਹਲਕੇ ਦੇ ਲੋਕ ਨੇ ਜਿਹੜਾ ਕਿ ਮੈਂ ਸਮਝਦਾ ਕਿ ਮੇਰਾ ਪਰਿਵਾਰ ਹੈ, ਕਿ ਤਾਂ ਉਹਨਾਂ ਨੇ ਦੇਣਾ। ਅਰੋੜਾ ਸਾਹਿਬ, ਦਲ ਬਦਲੀਆਂ ਦਾ ਸਮਾਂ ਚੱਲ ਪਿਆ, ਇਲੈਕਸ਼ਨ ਨੇੜੇ ਆ, ਕਿਸੇ ਵੀ ਟਾਈਮ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕੋਡ ਆਫ ਕੰਡਕਟ ਲੱਗ ਸਕਦਾ। ਦੇਖਿਆ ਗਿਆ ਵੀ ਬੀਤੇ ਦਿਨੀ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ ਜੁਆਇਨ ਕਰ ਗਏ, ਉਦੋਂ ਪਿੱਛੋਂ ਅੱਜ ਵੀ ਇੱਕ ਬਿਊਰੋਕਰੇਟ ਜੁਆਇਨ ਕਰਕੇ ਗਏ ਨੇ, ਤੇ ਖਾਸ ਕਰਕੇ ਆਪ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ 2 MLA ਤੁਹਾਡੇ ਗਏ, ਤੁਹਾਡੇ ਬਾਰੇ ਵੀ ਕਈ ਦਫਾ ਚਰਚਾ ਚੱਲੀ ਆ, ਕਿਉਂਕਿ ਅਮਨ ਅਰੋੜਾ ਦਾ ਪਿਛੋਕੜ ਕਾਂਗਰਸ ਨਾਲ ਰਿਹਾ, ਪਿਤਾ ਕਾਂਗਰਸ ਦੇ ਵੱਡੇ ਲੀਡਰ ਰਹੇ ਨੇ, ਕੀ ਕੋਈ ਅਜਿਹੀ ਸੰਭਾਵਨਾ ਵਿਅਕਤ ਕੀਤੀ ਜਾ ਸਕਦੀ? ਦੇਖੋ, ਇਸ ਤਰ੍ਹਾਂ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਮੇਰੇ ਬਾਰੇ ਇਹ ਅਫਵਾਹਾਂ ਕਿ ਕਦੇ ਕਹਿੰਦੇ ਨੇ ਕਿ ਅਮਨ ਕਾਂਗਰਸ ਚੱਲਿਆ, ਕਦੇ ਕਹਿੰਦੇ ਨੇ ਅਮਨ ਅਕਾਲੀ ਦਲ ਚੱਲਿਆ, ਕਦੇ ਕਿਸੇ ਦੇ ਵਿੱਚ, ਪਿਛਲੇ 5 ਸਾਲਾਂ ਤੋਂ ਵੀ ਇਹ ਅਫਵਾਹਾਂ ਨੇ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ। ਔਰ ਇਹ ਅਫਵਾਹਾਂ ਕਿੱਥੋਂ ਆਪ ਹੀ ਸ਼ੁਰੂ ਹੁੰਦੀਆਂ ਨੇ, ਆਪ ਹੀ ਖਤਮ ਹੋ ਜਾਂਦੀਆਂ ਨੇ। ਅਤੇ ਕਈ ਵਾਰੀ ਤਾਂ ਮੈਂ ਤਾਂ ਹੱਸਦਾ ਹੁੰਦਾ ਮੀਡੀਆ ਵਾਲੇ ਸਾਥੀਆਂ ਨੂੰ ਕਿ ਅਫਵਾਹਾਂ ਤਾਂ ਚੱਲਦੀਆਂ ਨੇ ਮੇਰੀਆਂ, ਤੇ ਚਲਾ ਕੋਈ ਸਾਡਾ ਹੋਰ ਸਾਥੀ MLA ਜਾਂਦਾ ਹੈ ਤੇ ਮੁੜ ਕੇ ਸਫਾਈਆਂ ਦਿੰਦਾ ਮੈਂ ਰਹਿ ਜਾਂਦਾ। ਸੋ ਮੇਰੇ ਨਾਲ ਇਹ ਤਰਾਸਦੀ ਹੈ ਜਿਹੜੀ, ਉਹ ਕਈ ਵਾਰੀ ਹੋ ਚੁੱਕੀ। ਪਰ ਆਲ ਸੈਡ ਐਂਡ ਡਨ, ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਆਉਣਾ ਜਾਣਾ ਇਲੈਕਸ਼ਨਾਂ ਦੇ ਨੇੜੇ ਜਾ ਕੇ ਹੋ ਜਾਂਦਾ ਜਾਂ ਵੱਧ ਜਾਂਦਾ, ਮੈਂ ਸਮਝਦਾ ਕਿ ਕੋਈ ਬਹੁਤਾ ਪੋਜ਼ੀਟਿਵ ਟਰੈਂਡ ਹੈ, ਬਹੁਤਾ ਹੈਲਦੀ ਟਰੈਂਡ ਪੋਲੀਟਿਕਸ ਦੇ ਵਿੱਚ ਹੈ ਨਹੀਂ ਗਾ। ਤੁਹਾਡੀ ਆਈਡੀਓਲੋਜੀਕਲ ਜੇ ਡਿਫਰੈਂਸਿਸ ਆ ਜਾਣ, ਸਿਧਾਂਤਕ ਮਤਭੇਦ ਕਿਸੇ ਪਾਰਟੀ ਦੇ ਨਾਲ ਜਾਂ ਲੀਡਰ ਦੇ ਨਾਲ ਆ ਜਾਣ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਸਿਰਫ ਔਰ ਸਿਰਫ ਆਪਦਾ ਸਿਆਸੀ ਲਾਹਾ ਲੈਣ ਦੇ ਲਈ, ਜਾਂ ਟਿਕਟ ਲੈਣ ਦੇ ਲਈ, ਜਾਂ ਮੰਤਰੀਸ਼ਿਪ ਦੇ ਵਾਅਦੇ ਦੇ ਨਾਲ, ਜਾਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੇ ਲਾਲਚਾਂ ਦੇ ਵਿੱਚ ਜੇ ਕੋਈ ਉਰਾਂ ਪਰਾਂ ਹੁੰਦਾ, ਤਾਂ ਮੈਂ ਸਮਝਦਾ ਕਿ ਉਹ ਬਹੁਤੀ ਕੋਈ ਸਿਆਣੀ ਗੱਲ ਨਹੀਂ ਹੁੰਦੀ ਹੈਗੀ। ਮੈਂ ਜਿਹੜੀ ਤੁਸੀਂ ਗੱਲ ਕੀਤੀ ਮੇਰੇ ਬਾਰੇ ਚਰਚਾਵਾਂ, ਦੇਖੋ ਮੈਂ ਆਮ ਆਦਮੀ ਪਾਰਟੀ 'ਚ ਆਉਣ ਤੋਂ ਪਹਿਲਾਂ ਤਕਰੀਬਨ 25 ਸਾਲ ਮੈਂ ਕਾਂਗਰਸ ਦੇ ਵਿੱਚ ਕੰਮ ਕੀਤਾ ਹੈ। ਕਾਂਗਰਸ ਦੇ ਵਿੱਚ ਵੀ ਪਿਆਰ ਹੈ ਜਿਹੜਾ, ਉਹ ਸਾਰਿਆਂ ਨਾਲ ਹੈ, ਕਿਉਂਕਿ ਮੈਂ ਮੰਨ ਕੇ ਚੱਲਦਾ ਕਿ ਜਦੋਂ ਜਿਹੜੀ ਰਾਜਨੀਤੀ ਹੁੰਦੀ ਹੈ ਉਹਦੇ 'ਚ ਜ਼ਾਤੀ ਦੁਸ਼ਮਣੀਆਂ ਨੇ ਜਿਹੜੀਆਂ, ਉਹ ਕਦੇ ਕੰਮ ਨਹੀਂ ਕਰਦੀਆਂ। ਜੇ ਤੁਸੀਂ ਜ਼ਾਤੀ ਦੁਸ਼ਮਣੀਆਂ ਕਿਸੇ ਨਾਲ ਪਾ ਲਓਗੇ ਤੇ ਉਹਦੇ ਨਾਲ ਜਿਹੜੇ ਲੋਕਾਂ ਦੇ ਮੁੱਦੇ ਮਸਲੇ ਨੇ ਉਹ ਪਿੱਛੇ ਰਹਿ ਜਾਂਦੇ ਨੇ, ਉਹ ਛੁੱਟ ਜਾਂਦੇ ਹੁੰਦੇ ਨੇ। ਲੜਾਈ ਹੈ ਜਿਹੜੀ, ਉਹ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਮੈਨੂੰ ਤਾਂ ਇਸ ਗੱਲ ਦੀ, ਚਲੋ ਇਹ ਵੀ ਮੈਂ ਸਮਝਦਾ ਕਿ ਪ੍ਰਮਾਤਮਾ ਦੀ, ਮਾਲਕ ਦੀ ਮਿਹਰ ਹੈ, ਬਾਬੇ ਨਾਨਕ ਜੀ ਦੀ ਮਿਹਰ ਹੈ ਕਿ ਗੱਲਾਂ ਚੱਲਦੀਆਂ ਨੇ ਕਿ ਅਮਨ ਨੂੰ ਕਦੇ ਕਾਂਗਰਸ ਅਪਰੋਚ ਕਰ ਰਹੀ ਹੈ, ਕਦੇ ਕੋਈ ਅਪਰੋਚ ਕਰ ਰਿਹਾ ਹੈ। ਮੈਂ ਤਾਂ ਇਹ ਖੁਸ਼ਕਿਸਮਤੀ ਮੰਨਦਾ ਆਪਦੇ ਕਿ ਚਾਹੇ ਇਹ ਪੋਲੀਟੀਕਲ ਪਾਰਟੀਆਂ ਨੇ, ਸਾਡੀਆਂ ਸਿਧਾਂਤਕ ਤੌਰ 'ਤੇ ਵਿਰੋਧੀ ਨੇ, ਪਰ ਜੇ ਮੈਨੂੰ ਕਿਸੇ ਲਾਇਕ ਮੰਨਦੀਆਂ ਨੇ, ਕਿਸੇ ਕਾਬਲ ਮੰਨਦੀਆਂ ਨੇ, ਜਾਂ ਇਹ ਮੰਨਦੀਆਂ ਨੇ ਕਿ ਸੁਨਾਮ ਹਲਕੇ ਦਾ ਪਿਆਰ ਹੈ ਜਿਹੜਾ, ਉਹ ਅਮਨ ਦੇ ਨਾਲ ਜੁੜਿਆ ਹੋਇਆ ਹੈ, ਅਤੇ ਇਸੇ ਕਰਕੇ ਉਹ ਅਪਰੋਚ ਕਰਦੇ ਰਹੇ, ਇਸੇ ਕਰਕੇ ਗੱਲਾਂ ਚੱਲਦੀਆਂ ਨੇ। ਪਰ ਮੈਂ ਆਪਦੀ ਲੜਾਈ ਹੈ ਜਿਹੜੀ, ਉਹ ਲੋਕਾਂ ਦੀ ਲੜਾਈ ਲੜਦਾ ਸੀ, ਲੜਦਾ ਹਾਂ ਅਤੇ ਲੜਦਾ ਹੀ ਰਹੂੰਗਾ। ਮੇਰੇ ਲਈ ਕੋਈ ਅਹੁਦਾ, ਕੋਈ ਡੈਜ਼ਿਗਨੇਸ਼ਨ ਇੰਪੋਰਟੈਂਟ ਨਹੀਂ ਹੈਗਾ। ਮੇਰੇ ਲਈ ਆਪਦੇ ਸੁਨਾਮ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ, ਪੰਜਾਬ ਦੇ ਮੁੱਦੇ ਮਸਲੇ ਨੇ ਜਿਹੜੇ, ਉਹਨਾਂ ਨੂੰ ਬੇਬਾਕੀ ਦੇ ਨਾਲ, ਦਲੇਰੀ ਦੇ ਨਾਲ ਚੱਕਣਾ ਅਤੇ ਉਹਨਾਂ ਨੂੰ ਹੱਲ ਕਰਨਾ ਮੇਰਾ ਮੰਤਵ ਹੈ। ਨਹੀਂ, ਗੱਲ ਉਹੀ ਅਮਨ ਅਰੋੜਾ ਆਪ 'ਚ ਹੀ ਰਹਿ ਕੇ ਸੁਨਾਮ ਹਲਕੇ ਦੀ ਸੇਵਾ ਕਰਨ ਦੇ ਇੱਛੁਕ ਨੇ, ਜਾਂ ਕੋਈ ਹੋਰ ਰਾਜਨੀਤਿਕ ਫਰੰਟ ਤੋਂ? ਜੇ ਮੈਨੂੰ ਜਿਹੜੀ ਇੱਛਾ ਹੈਗੀ, ਮੈਂ ਉਹਦੇ ਮੁਤਾਬਕ ਹੀ ਚੱਲੂੰਗਾ ਜੀ। ਮੇਰੀ ਇੱਛਾ ਹੈਗੀ ਵੀ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ ਬਣ ਕੇ ਆਪਦੇ ਹਲਕੇ ਦੀ ਅਤੇ ਪੰਜਾਬ ਦੀ ਸੇਵਾ ਕਰਾਂ। ਮੇਰਾ ਮਨ ਵੀ ਇਸ ਗੱਲ 'ਤੇ ਅੱਜ ਖੜ੍ਹਦਾ ਹੈ, ਮੰਨਦਾ ਹੈ ਕਿ ਜੇ ਇਸ 70 ਸਾਲਾਂ ਦੇ ਜੰਜਾਲ ਨੂੰ, ਜਿਹੜਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਬੁਣ ਕੇ, ਜਿਹੜਾ ਜੰਜਾਲ ਬੁਣ ਕੇ ਅੱਜ ਪੰਜਾਬ ਦਾ ਹਰੇਕ ਪੱਖੋਂ ਸਾਰੇ ਪੈਰਾਮੀਟਰ ਦੇ ਵਿੱਚ ਸਭ ਤੋਂ ਥੱਲੇ ਕਰ ਰੱਖਿਆ। ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਘਾਟੇ ਦਾ ਧੰਦਾ ਬਣ ਚੁੱਕਿਆ ਖੇਤੀ, ਨੌਜਵਾਨਾਂ ਕੋਲ ਨੌਕਰੀਆਂ ਹੈ ਨਹੀਂ, ਉਹ ਚਿੱਟੇ 'ਤੇ ਲੱਗੇ ਪਏ ਨੇ, ਇੰਡਸਟਰੀ ਇੱਥੋਂ ਭੱਜ ਰਹੀ ਹੈ, ਹੈਲਥ ਐਜੂਕੇਸ਼ਨ ਸਿਸਟਮ ਖਤਮ ਹੋਏ ਪਏ, ਬੇਅਦਬੀਆਂ ਦੇ ਦੋਸ਼ੀ ਨੇ ਜਿਹੜੇ, ਉਹ ਅਜੇ ਤੱਕ ਫੜੇ ਨਹੀਂ ਗਏ ਹੈਗੇ, ਮਾਫੀਆ ਨੇ ਜਿਹੜੇ, ਉਹ ਪੰਜਾਬ ਸਰਕਾਰ ਚਲਾ ਰਹੇ ਨੇ, ਇੰਡਸਟਰੀ ਇੱਥੋਂ ਭੱਜ ਰਹੀ ਹੈ। ਇਹਨਾਂ ਹਾਲਾਤਾਂ ਦੇ ਵਿੱਚੋਂ ਮੇਰਾ ਇਹ ਦਿਲ ਮੰਨਦਾ ਹੈ, ਮੇਰੀ ਆਤਮਾ ਕਹਿੰਦੀ ਹੈ, ਮੇਰੀ ਪੋਲੀਟੀਕਲ ਸਮਝ ਕਹਿੰਦੀ ਹੈ ਕਿ ਜੇ ਇਹਨਾਂ ਚੀਜ਼ਾਂ ਦੇ ਵਿੱਚੋਂ, ਗਿਵਨ ਸਰਕਮਸਟਾਂਸਿਸ ਦੇ ਵਿੱਚੋਂ
ਇਹਨਾਂ ਹਾਲਾਤਾਂ ਦੇ ਵਿੱਚੋਂ ਜੇ ਕੋਈ ਪੰਜਾਬ ਨੂੰ ਕੱਢ ਸਕਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਕੱਢ ਸਕਦੀ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਦਾ ਸਿਪਾਹੀ ਬਣ ਕੇ ਮੈਂ ਆਪਦੇ ਹਲਕੇ ਦੇ ਤੇ ਆਪਦੇ ਪੰਜਾਬ ਦੇ ਮਸਲੇ ਜਿਹੜਾ ਉਹ ਹੱਲ ਕਰਨ ਦੀ ਲੜਾਈ ਲੜ ਰਿਹਾ। ਸੀਐਮ ਚੰਨੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ? ਦੇਖੋ, ਇਸ ਤਰ੍ਹਾਂ ਕਿ ਸੀਐਮ ਚੰਨੀ ਜੀ ਮੇਰੇ ਸਤਿਕਾਰਯੋਗ ਨੇ, ਪਰ ਇੱਕ ਕੰਪਰੋਮਾਈਜ਼ ਸੀਐਮ ਨੇ ਉਹ। ਪਹਿਲਾਂ ਗੱਲ ਜਾਖੜ ਸਾਹਿਬ ਦੀ ਚੱਲੀ, ਫਿਰ ਸੁੱਖੀ ਰੰਧਾਵਾ ਜੀ ਦੀ ਚੱਲੀ, ਫਿਰ ਮੁੜ ਕੇ ਅਲਟੀਮੇਟਲੀ ਇਹ ਜ਼ਿੰਮੇਵਾਰੀ ਜਿਹੜੀ ਇਹ ਚੰਨੀ ਸਾਹਿਬ ਤੇ ਆ ਗਈ। ਚੰਨੀ ਸਾਹਿਬ ਜੀ ਨੂੰ ਇੱਕ ਬਹੁਤ ਸੁਨਹਿਰੀ ਮੌਕਾ ਜਿਹੜਾ ਉਹ ਮਿਲਿਆ ਸੀਗਾ, ਜੇ ਆਪਾਂ ਨੂੰ ਕਹੀਏ ਵੀ ਪੈਰ ਥੱਲੇ ਬਟੇਰ ਆ ਗਿਆ ਸੀਗਾ, ਉਹਨਾਂ ਨੂੰ ਮੌਕਾ ਬਹੁਤ ਵਧੀਆ ਮਿਲਿਆ ਸੀਗਾ, ਪਰ ਉਹਨਾਂ ਤੋਂ ਮੈਂ ਸਮਝਦਾ ਕਿ ਉਹ ਸੰਭਾਲਿਆ ਨਹੀਂ ਜਾ ਰਿਹਾ ਹੈਗਾ। ਉਹ ਇਸ ਕਰਕੇ ਨਹੀਂ ਸੰਭਾਲਿਆ ਜਾ ਰਿਹਾ ਕਿ ਉਹ ਕਿਉਂਕਿ ਉਹਨਾਂ ਦੀ ਮੈਂ ਸਮਝਦਾ ਕਿ 80-90% ਐਨਰਜੀ ਤਾਂ ਇਸੇ ਗੱਲ ਦੇ ਵਿੱਚ ਨਿਕਲ ਰਹੀ ਹੈ ਕਿ ਜੀ ਇੱਕ ਜਿਹੜੇ ਕੈਪਟਨ ਅਮਰਿੰਦਰ ਇਨਐਕਸੈਸਿਬਲ ਦਾ ਕਿ ਮਿਲਦੇ ਨਹੀਂ ਹੈਗੇ, ਰਾਜਾਸ਼ਾਹੀ ਵਾਲਾ ਟੈਗ ਲਾਉਣ ਦੇ ਵਿੱਚ ਉਹਨਾਂ ਦਾ 90% ਜ਼ੋਰ ਹੈ ਜਿਹੜਾ ਆਪਦੇ ਆਪ ਨੂੰ ਆਮ ਆਦਮੀ ਸਾਬਤ ਕਰਨ 'ਤੇ ਲੱਗਿਆ ਹੋਇਆ। ਕਦੇ ਕਹਿੰਦੇ ਨੇ ਮੈਂ ਤਾਂ ਮੱਝ ਦੀ ਪੂਛ ਫੜ ਕੇ ਮੈਂ ਤਾਂ ਟੋਭੇ 'ਚ ਨਹਾਉਂਦਾ ਰਿਹਾ, ਕਦੇ ਕਹਿੰਦੇ ਨੇ ਮੈਂ ਟੈਂਟ ਲਾਉਂਦਾ ਰਿਹਾ, ਕਦੇ ਕਹਿੰਦੇ ਨੇ ਮੈਂ ਆਟੋ ਹੈ ਜਿਹੜਾ ਉਹ ਚਲਾਉਂਦਾ ਰਿਹਾ। ਉਹ ਭਾਈ ਤੁਸੀਂ ਹੁਣ ਮੁੱਖ ਮੰਤਰੀ ਬਣ ਗਏ, ਮੁੱਖ ਮੰਤਰੀ ਵਾਲੀਆਂ ਗੱਲਾਂ ਕਰੋ। ਇੰਨਾ ਕੁ ਖਲਾਰਾ ਪਾਲਿਆ ਉਹਨਾਂ ਨੇ, ਆਹ ਵੀ ਕਰਤਾ, ਆਹ ਵੀ ਕਰਤਾ, ਆਹ ਵੀ ਕਰਤਾ, ਆਹ ਵੀ ਕਰਤਾ। ਔਨ ਗਰਾਊਂਡ ਉਹ ਕੁਛ ਹੈ ਨਹੀਂ ਗਾ। ਇਹਦੇ ਨਾਲ ਜੇ ਉਹ ਥੋੜ੍ਹੇ ਜਿਹੇ ਪੋਲੀਟੀਕਲੀ ਮੈਚਿਓਰ ਤਰੀਕੇ ਨਾਲ ਚੱਲਦੇ, ਇੰਨੇ ਜੱਫੇ ਪਾਉਣ ਨਾਲੋਂ ਇੰਨੀਆਂ ਚੀਜ਼ਾਂ ਨੂੰ ਤੇ ਇੰਨੇ ਕੰਮਾਂ ਨੂੰ ਉਹ 5-4 ਕੰਮ ਫੜਦੇ ਜਿਹੜੇ ਕਿ ਪੰਜਾਬ ਦੇ ਅਸਲ ਤੇ ਸਹੀ ਮੁੱਦੇ ਸੀਗੇ, ਉਹਨਾਂ ਨੂੰ ਇਨ ਬਿਨ ਲਾਗੂ ਕਰਦੇ ਤੇ ਉਹਦੇ ਨਾਲ ਇੱਕ ਮੈਸੇਜ ਆਉਂਦਾ ਵੀ ਹਾਂ ਯਾਰ ਇਹ ਬੰਦਾ ਕੰਮ ਕਰਨਾ ਚਾਹੁੰਦਾ। ਹੁਣ ਇਕੱਲੇ ਐਲਾਨ ਕਰ ਕਰਕੇ ਹੁਣ ਤੁਹਾਨੂੰ ਮੈਂ ਹਾਸੇ ਦੀ ਗੱਲ ਸੁਣਾਉਣਾ। ਇੱਕ ਆਹ ਪਿਛਲੇ ਦਿਨਾਂ ਦੇ ਵਿੱਚ ਇੱਕ BSF ਵਾਲੇ ਇਸ਼ੂ ਦੇ ਉੱਪਰ ਇੱਕ ਦਿਨ ਦਾ ਸਾਡਾ ਸੈਸ਼ਨ ਸੀ ਜਿਹੜਾ ਇਜਲਾਸ, ਉਹ ਸਰਕਾਰ ਨੇ ਬੁਲਾਇਆ। ਅਸੀਂ ਆਪਣਾ ਸੀਐਮ ਚੰਨੀ ਜੀ ਬੋਲ ਰਹੇ ਸੀਗੇ ਤੇ ਉਹ ਗੱਲ ਤਾਂ ਇਸ਼ੂ ਦਾ ਸੀਗਾ BSF ਦਾ ਦਾਇਰਾ ਵਧਾਉਣ ਦੇ ਉੱਪਰ। ਉਹਨਾਂ ਨੇ ਜੀ ਚਲੋ ਆਪਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਗਰਾਉਣੀਆਂ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰ ਦੂੰਗਾ। ਉਹਨਾਂ ਨੇ ਐਲਾਨ ਨੇ ਜਿਹੜੇ ਉੱਥੇ ਸ਼ੁਰੂ ਕਰਦੇ ਵਿਧਾਨ ਸਭਾ ਦੇ ਵਿੱਚ ਹੀ ਖੜੇ ਹੋ ਕੇ। ਚਲੋ ਹੁਣ ਸੀਐਮ ਨੇ ਉਹਨਾਂ ਨੂੰ ਸਪੀਕਰ ਸਾਹਿਬ ਨੇ ਰੋਕਿਆ, 1.5 ਘੰਟਾ ਪੌਣੇ 2 ਘੰਟੇ ਆਪਦੇ ਐਲਾਨ ਨੇ ਜਿਹੜੇ ਉਹ ਸੁਣਾਈ ਗਏ। ਤੇ ਜਦੋਂ ਉਹ ਕਹਿੰਦੇ ਵੀ ਆਪਦੀ ਪ੍ਰਾਪਤੀ ਦੱਸ ਲਈ, ਮੈਂ ਸਾਰਾ ਕੁਛ ਕਰਤਾ, ਤੇ ਉਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਰਜ਼ੀਆ ਸੁਲਤਾਨਾ ਜੀ ਖੜੇ ਹੋਏ ਤੇ ਉਹ ਕਹਿੰਦੇ ਜੀ ਕਿ ਸਪੀਕਰ ਸਾਹਿਬ, ਮੈਂ ਵੀ ਸੀਐਮ ਸਾਹਿਬ, ਮੈਂ ਸੋਚਦੀ ਹਾਂ ਜੋ ਸੀਐਮ ਸਾਹਿਬ ਪੰਜਾਬ ਦੇ ਸਾਰੇ ਵਰਗਾਂ ਨੂੰ ਸਾਰਾ ਕੁਝ ਦੇਈ ਜਾ ਰਹੇ ਨੇ ਤੇ ਮੈਂ ਸੋਚਿਆ ਮੈਂ ਵੀ ਆਪਦੇ ਲਈ ਕੁਛ ਮੰਗ ਲਾ। ਸਪੀਕਰ ਸਾਹਿਬ ਕਹਿੰਦੇ ਦੱਸੋ ਜੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੀਐਮ ਸਾਹਿਬ ਨੂੰ। ਉਹ ਸੀਐਮ ਸਾਹਿਬ ਵੀ ਖੜੇ ਸੀਗੇ ਤੇ ਦੋਨਾਂ ਦਾ ਮਾਈਕ ਔਨ ਸੀਗਾ, ਸਪੀਕਰ ਮੈਡਮ ਰਜ਼ੀਆ ਵੀ ਖੜੇ ਸੀਗੇ। ਮੈਡਮ ਰਜ਼ੀਆ ਕਹਿੰਦੇ ਸੀਐਮ ਸਾਹਿਬ ਨੂੰ ਕਿ ਸੀਐਮ ਸਾਹਿਬ ਮੈਨੂੰ ਮਲੇਰਕੋਟਲੇ ਵਾਸਤੇ ਹੱਜ ਦੇ ਦਿਓ, ਤੇ ਸੀਐਮ ਸਾਹਿਬ ਨੇ ਦਿੱਤਾ। ਤੁਸੀਂ ਹਾਸੇ ਵਾਲੀ ਗੱਲ ਹੈ ਭਾਈ ਸਾਹਿਬ ਵੀ ਇੱਕ ਹੱਜ ਇੱਕ ਬੜੀ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਸਰਕਾਰ ਦਾ ਮੁੱਖ ਮੰਤਰੀ ਨੇ ਇਹ ਵੀ ਪੁੱਛਣ ਦੀ ਜ਼ਰੂਰਤ ਨਹੀਂ ਸਮਝੀ ਹੈਗੀ ਚੰਨੀ ਸਾਹਿਬ ਨੇ ਮੈਡਮ ਰਜ਼ੀਆ ਤੋਂ ਕਿ ਭੈਣ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਹੱਜ ਵਾਸਤੇ, ਹੱਜ ਜੇ ਮਲੇਰਕੋਟਲਾ ਬਣਾਉਣਾ ਚਾਹੁੰਦੇ ਹੋ ਤੇ ਉਹਦੇ ਲਈ ਸਰਕਾਰ ਕੀ, ਕਿਉਂਕਿ ਉਹ ਇੱਕ ਧਾਰਮਿਕ ਇਸ਼ੂ ਹੈ ਵੀ ਉਹਦੇ ਲਈ ਸਰਕਾਰ ਕੀ ਕੁਛ ਕਰ ਸਕਦੀ ਹੈ, ਘੱਟੋ ਘੱਟ ਇੰਨਾ ਤਾਂ ਦੱਸ ਦਿਓ। ਹੁਣ ਮੈਨੂੰ ਤਾਂ ਨਹੀਂ ਪਤਾ, ਦੇਖੋ ਪ੍ਰੈਕਟੀਕਲੀ ਦੱਸਾਂ, ਮੈਨੂੰ ਤਾਂ ਨਹੀਂ ਪਤਾ ਵੀ ਉਹਦੇ ਵਾਸਤੇ ਕੀ ਕੁਛ ਚਾਹੀਦਾ ਹੁੰਦਾ। ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਹੋਊਗਾ, ਸ਼ਾਇਦ ਤੁਹਾਡੇ ਬਹੁਤੇ ਸਰੋਤਾਵਾਂ ਨੂੰ ਵੀ ਨਹੀਂ ਪਤਾ ਹੋਊਗਾ। ਉਹ ਇੰਨਾ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਵੀ ਭੈਣ ਜੀ ਦੱਸੋ ਤੁਸੀਂ ਹੱਜ ਬਣਾਉਣ ਲਈ ਸਰਕਾਰ ਤੋਂ ਕੀ ਕੁਛ ਚਾਹੁੰਦੇ ਹੋ, ਤੁਸੀਂ ਮੇਰੇ ਕੋਲ ਆ ਜਾਓ, ਆਪਾਂ ਬੈਠ ਕੇ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਆਪਾਂ ਉਹ ਕਰ ਦਾਂਗੇ। ਇਹ ਨਹੀਂ ਕਿਹਾ ਹੈਗਾ ਦੇਤਾ ਜੀ ਹੁਣ ਤੁਸੀਂ ਯਾਰ ਹੱਦ ਹੈ, ਮਜ਼ਾਕ ਬਣਾ ਰੱਖਿਆ ਹੈ ਵੀ ਸਰਕਾਰ ਜੇ ਮੁੱਖ ਮੰਤਰੀ ਤੁਸੀਂ ਇਹ ਬਣ ਗਏ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਹਾਡੇ ਕੋਲ ਅਲਾਦੀਨ ਦਾ ਚਿਰਾਗ ਆ ਗਿਆ ਤੇ ਤੁਸੀਂ ਚਿਰਾਗ ਘੁਮਾਓਗੇ ਤੇ ਹਰੇਕ ਚੀਜ਼ ਪ੍ਰਗਟ ਹੋ ਜਾਊਗੀ। ਸੋ ਇਹ ਬੇਸਿਕਲੀ ਨਾ ਇਹ ਇਮੈਚਿਓਰ ਸਾਇੰਸ ਨੇ ਇਸ ਤਰੀਕੇ ਦੇ ਨਾਲ। ਇਹ ਠੀਕ ਹੈ ਕਿ ਇਲੈਕਸ਼ਨਾਂ ਦੇ ਨੇੜੇ ਸਰਕਾਰਾਂ ਦਾ ਰੁਝਾਨ ਹੈ ਜਿਹੜਾ ਉਹ ਇਹ ਹੋ ਜਾਂਦਾ ਹੁੰਦਾ ਵੀ ਕਿਸੇ ਵੀ ਵਰਗ ਨੂੰ ਨਾਰਾਜ਼ ਨਾ ਕਰੋ, ਪਰ ਭਾਈ ਸਾਹਿਬ ਗੱਲ ਉਨੀ ਕੁ ਕਹਿਣੀ ਚਾਹੀਦੀ ਹੈ ਜਿੰਨੀ ਕੁ ਤੁਸੀਂ ਕਰ ਸਕਦੇ ਹੋ। ਜਿਹੜੀ ਤੁਸੀਂ ਗੱਲ ਪੂਰੀ ਵੀ ਨਹੀਂ ਕਰ ਸਕਦੇ ਹੈਗੇ ਤੇ 70 ਸਾਲਾਂ ਦੇ ਲੋਕ ਬੇਵਕੂਫੀ ਦਾ ਬਣੀ ਆਉਂਦੇ ਨੇ। ਉਹ ਪਹਿਲਾਂ ਜਿਹੜੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਕਹੇ ਸੀਗੇ ਵੀ ਘਰ ਨੌਕਰੀ ਦੇ ਦੂੰਗਾ ਤੇ ਬੇਅਦਬੀ ਦੇ ਦੋਸ਼ੀ ਫੜ ਕੇ ਅੰਦਰ ਬੰਦ ਕਰ ਦਾਂਗੇ ਤੇ ਕਰਜ਼ੇ ਸਾਰੇ ਮਾਫ਼ ਕਰ ਦੂੰਗਾ, ਉਹ ਹੋਵੇ ਤੇ ਜਦੋਂ ਲੋਕਾਂ ਨੂੰ ਉਹਨਾਂ ਵਾਅਦੇ ਵਿੱਚ ਤੱਕ ਪੂਰੇ ਨਹੀਂ ਹੋਏ ਹੈਗੇ ਤੇ ਨਵੇਂ ਲੋਲੀਪੋਪ ਪਿੰਡਾਂ ਦੀਆਂ ਪੰਡਾਂ ਵੰਡਣ ਲੱਗੇ ਹੋਏ ਨੇ। ਸੋ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਇੱਕ ਓਪਰਚੁਨਿਟੀ ਬਹੁਤ ਵਧੀਆ ਮਿਲੀ ਸੀ, ਪਰ ਆਪਦੀ ਪੋਲੀਟੀਕਲ
मैं ਇਮੈਚੁਰਿਟੀ ਤਾਂ ਨਹੀਂ ਕਹੂੰਗਾ, ਸੀਨੀਅਰ ਨੇ ਸਾਡੇ ਤੋਂ ਬਹੁਤ ਜ਼ਿਆਦਾ, ਪਰ ਹਰੇਕ ਵਰਗ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇੰਨੇ ਕੁ ਲੋਲੀਪੌਪ ਵੰਡਦੇ ਕਿ ਉਹਦਾ ਹੁਣ ਬਾਕੀ ਤਾਂ ਛੱਡੋ, ਤੁਸੀਂ ਜਾਂ ਮੈਂ ਤਾਂ ਬਾਅਦ 'ਚ ਪੁੱਛਾਂਗੇ। ਆ ਜਿਹੜਾ ਕੱਲ੍ਹ ਉਹਨਾਂ ਨੇ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਸ ਰਿਪੋਰਟ ਕਾਰਡ ਦੇ ਉੱਪਰ ਮੋਹਰ ਹੈ ਜਿਹੜੀ ਆਪਦੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਦੀ ਹੀ ਲਵਾ ਲੈਣ ਅਤੇ ਮੰਨ ਲਾਂਗੇ ਆਪਾਂ ਕਿ ਉਹਨਾਂ ਦੇ ਕੰਮ ਸਾਰੇ ਕਰਦੇ। ਅਰੋੜਾ ਸਾਹਿਬ, ਮੌਜੂਦਾ ਰਾਜਨੀਤਿਕ ਹਾਲਤ ਦੇ ਵਿੱਚ ਸੈਂਟਰ ਖਾਸ ਕਰਕੇ ਬੀਜੇਪੀ ਦਾ ਬੜਾ ਧਿਆਨ ਹੈ ਪੰਜਾਬ 'ਤੇ। ਪੰਜਾਬ ਜਿੱਤਣ ਲਈ ਵੱਡੀ ਮੁਹਿੰਮ ਵਿੱਢੀ ਗਈ ਆ। ਇਹ ਵੀ ਖਬਰਾਂ ਨੇ ਵੀ ਆਉਣ ਵਾਲੇ ਦਿਨ 'ਚ ਹੋਰ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣ। ਇੱਕ ਸੂਝ ਰੱਖਦੇ ਹੋ ਰਾਜਨੀਤਿਕ ਦੇ ਵਿੱਚ, ਇੱਕ ਸਿਆਸੀ ਪਰਿਵਾਰ ਨਾਲ ਸੰਬੰਧਿਤ ਹੋ, ਬੜਾ ਲੰਬਾ ਚੌੜਾ ਐਕਸਪੀਰੀਅੰਸ ਹੈ ਤੁਹਾਡਾ, ਕੀ ਮੰਨਦੇ ਹੋ ਕਿ ਬੀਜੇਪੀ ਦੇ ਪੰਜਾਬ 'ਚ ਪੈਰ ਰੱਖ ਸਕਦੀ? ਨਹੀਂ ਦੇਖੋ, ਇਹ ਭਾਈ ਸਾਹਿਬ ਆਪਾਂ ਕੋਈ ਭਵਿੱਖਬਾਣੀ ਤਾਂ ਨਹੀਂ ਕਰ ਸਕਦੇ ਹੈਗੇ, ਨਾ ਹੀ ਮੈਂ ਕੋਈ ਜੋਤਸ਼ੀ ਹਾਂ ਕਿ ਮੈਂ ਦੱਸਦਾ ਕਿ ਪੈਰ ਲੱਗ ਸਕਦੇ ਨੇ ਕਿ ਨਹੀਂ ਲੱਗ ਸਕਦੇ। ਪਰ ਹਾਂ, ਡੈਫੀਨੇਟਲੀ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਬੀਜੇਪੀ ਦੇ ਪ੍ਰਤੀ ਪੰਜਾਬ ਦੇ ਵਿੱਚ ਇੱਕ ਐਂਟੀ ਜੋ ਪਿਛਲੇ ਸਾਲ 1.5 ਸਾਲ ਦੇ ਵਿੱਚ, ਉਹ ਮੈਂ ਸਿਰਫ ਕਿਸਾਨ ਅੰਦੋਲਨ ਦੀ ਗੱਲ ਨਹੀਂ ਕਰ ਰਿਹਾ। ਕਿਸਾਨ ਅੰਦੋਲਨ ਤਾਂ ਇੱਕ ਅਜਿਹੀ ਮੁਹਿੰਮ ਚੱਲੀ ਜਿਹਨੇ ਸਾਰੇ ਦੇਸ਼ ਨੂੰ ਆਪਦੀ ਤਾਕਤ ਹੈ ਜਿਹੜੀ ਉਹ ਦਿਖਾ ਦਿੱਤੀ, ਉਹ ਸਮਝਾ ਦਿੱਤੀ। ਇਸ ਤੋਂ ਪਹਿਲਾਂ ਤੁਸੀਂ GST ਇੰਪਲੀਮੈਂਟੇਸ਼ਨ ਦੀ ਗੱਲ ਕਰ ਲਓ, ਇਸ ਤੋਂ ਪਹਿਲਾਂ ਤੁਸੀਂ ਜਿਸ ਤਰੀਕੇ ਨਾਲ ਲੋਕਡਾਊਨ ਲੱਗਿਆ, ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਨੋਟਬੰਦੀ ਨੇ ਪੂਰੇ ਦੇਸ਼ ਦੀ ਇਕੋਨਮੀ ਨੂੰ ਹਿੱਟ ਕੀਤਾ, ਮੈਂ ਸਮਝਦਾ ਕਿ ਇੱਕ ਐਂਟੀ BJP ਦਾ ਸੈਂਟੀਮੈਂਟ ਜਿਹੜਾ ਹੈ ਉਹ ਜ਼ਰੂਰ ਬਣਿਆ ਹੋਇਆ। ਪਰ ਆਲ ਸਡਨ ਨਾਲ BJP ਦੀ ਇੱਕ ਬੜੀ ਖਾਸੀਅਤ ਜਿਹੜੀ ਹੈਗੀ ਉਹ ਇਹ ਵੀ ਉਹ ਲੋਕਾਂ ਨੂੰ, ਵੋਟਾਂ ਨੂੰ ਪੋਲਰਾਈਜ਼ ਕਰਨਾ ਬੜੇ ਵਧੀਆ ਤਰੀਕੇ ਨਾਲ ਜਾਣਦੇ ਨੇ। ਆਪਾਂ ਕਈ ਸਟੇਟਾਂ ਦੇ ਵਿੱਚ ਦੇਖਿਆ ਕਿ ਹਿੰਦੂ ਸਿੱਖ ਦੇ ਮੰਦਰ ਮਸਜਿਦ ਦੇ ਨਾਲ ਉੱਪਰੋਂ ਲੋਕਾਂ ਨੂੰ ਪੋਲਰਾਈਜ਼ ਕਰ ਦਿੰਦੇ ਨੇ। ਇੱਥੇ ਪੰਜਾਬ ਦੇ ਵਿੱਚ ਨੋ ਡਾਊਟ ਪੰਜਾਬ ਤੋਂ ਵੱਧ ਸੈਕੂਲਰ ਸਟੇਟ ਕੋਈ ਨਹੀਂ ਹੈਗੀ। ਇੱਥੇ 25 ਸਾਲ ਦਾ ਅੱਤਵਾਦ ਸੀ ਜਿਹੜਾ, ਉਹ ਕੋਈ ਫਰਕ ਨਹੀਂ ਪਾ ਸਕਿਆ ਕਿਸੇ ਕਰਕੇ ਦੇ ਵਿੱਚ। ਉਹ ਪੋਲਰਾਈਜੇਸ਼ਨ ਹੈ ਜਿਹੜੀ ਉਹ ਇਹ ਕਰਨ ਦੀ ਕੋਸ਼ਿਸ਼ ਕਰਨਗੇ, ਜਿਹੜਾ ਕਿ ਮੈਨੂੰ ਖਦਸ਼ਾ ਲੱਗਦਾ। ਪਰ ਫਿਰ ਵੀ ਮੈਂ ਨਹੀਂ ਮੰਨਦਾ ਹੈਗਾ ਕਿ ਪੰਜਾਬ ਦੇ ਲੋਕ ਇੰਨੇ ਹੁਣ ਦੁਬਾਰਾ ਕਿਸੇ ਪਲੇਚੇ ਦੇ ਵਿੱਚ 15-15 ਲੱਖ ਪਹਿਲਾਂ ਵਾਲਾ ਕਿਹੜਾ ਆ ਗਿਆ ਵੀ ਨਵੀਂ ਇਹਨਾਂ ਦੀ ਗੱਲਾਂ ਦੇ ਵਿੱਚ ਆਉਣਗੇ। ਸੋ ਇਸ ਕਰਕੇ ਇਹ ਜਿਹੀ ਸਿਚੁਏਸ਼ਨ ਹੈ ਜਿਹੜੀ ਉਹ ਫ੍ਰੇਜਾਈਲ, ਬੜੀ ਕਹਿੰਦੇ ਨੇ ਕਿ ਇੱਕ ਕੰਪਲੀਕੇਟਡ ਜਿਹੀ ਸਿਚੁਏਸ਼ਨ ਹੈ ਜਿਹੜੀ ਉਹ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਚੀਜ਼ਾਂ ਕਲੀਅਰ ਹੋਣਗੀਆਂ ਕਿ ਕਿਹੜੇ ਪਾਸੇ ਨੂੰ ਜਾਂਦੀਆਂ ਨੇ। ਅਰੋੜਾ ਸਾਹਿਬ, ਦੇਖਿਆ ਗਿਆ ਵੀ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਜਿੱਤਣ ਦੇ ਲਈ ਹਰ ਹਰਬਾ ਵਰਤਦੀਆਂ ਨੇ, ਜਿਹਦੇ ਵਿੱਚ ਨਸ਼ੇ ਵੀ, ਸ਼ਰਾਬ ਵੀ, ਭੁੱਕੀ ਵੀ, ਸਾਰਾ ਕੁਝ ਵੰਡਣ ਦੀ ਜਦੋਂ ਜਿਹੇ ਚੱਲਦੀ ਆ। ਤੁਸੀਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਮੈਂ ਤਾਂ ਤੁਹਾਡੇ ਜ਼ਰੀਏ ਦਰਸ਼ਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੂੰਗਾ ਕਿ ਇਹ ਜਿਹੜੇ ਪੋਲੀਟੀਕਲ ਪਾਰਟੀਆਂ ਆਪਦੇ ਮੈਨੀਫੈਸਟੋਆਂ ਦੇ ਜ਼ਰੀਏ ਜਿਹੜੇ ਲਾਲਚ ਔਰ ਲੋਲੀਪੌਪ ਸਬਜ਼ ਵਾਂਗ ਖਿਆਲੀ ਕਲੌ ਦਿਖਾਉਂਦੀਆਂ ਨੇ, ਉਹਨੂੰ ਕਿਸੇ ਦੇ ਮਗਰ ਨਾ ਲੱਗੋ। ਆਪਦਾ ਦਿਲ ਦਿਮਾਗ ਜੋ ਕਹਿੰਦਾ ਉਹ ਸੋਚ ਕੇ ਵੋਟਾਂ ਪਾਓ। 70 ਸਾਲ ਹੋ ਗਏ ਇਹਨਾਂ ਤੋਂ ਧੋਖਾ ਮਿਲਦਿਆਂ ਨੂੰ। ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਸ਼ਰਾਬਾਂ ਦੀ, ਭੁੱਕੀਆਂ ਦੀ ਅਤੇ ਨਸ਼ੇ ਵੰਡੇ ਜਾਂਦੇ ਨੇ, ਪੈਸੇ ਵੰਡੇ ਜਾਂਦੇ ਨੇ, ਇਹ ਤਾਂ ਵੈਸੇ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਾ ਨਿਕਲੇ ਪੰਜਾਬ ਦੇ ਲੋਕ, ਅਤੇ ਫਿਰ ਇਹ ਜੇ ਕਿਸੇ ਨੂੰ ਕੋਈ 200, 500, 1000, 2000 ਦੇ ਦੋਗੇ ਤਾਂ ਕਿੰਨੀ ਕੁ ਦੇਰ ਚੱਲੂਗਾ? ਕੋਈ ਸ਼ਰਾਬ ਦੀਆਂ 2 ਬੋਤਲਾਂ ਲੈ ਲੂਗਾ ਅਤੇ ਉਹ ਕਿੰਨੇ ਕੁ ਦਿਨ ਚੱਲਣਗੀਆਂ? ਮੁੜ ਕੇ ਉਹੀ ਨੇ ਜਿਹੜੇ ਲੋਕ ਖੱਜਲ ਕਰਦੇ ਨੇ। ਇਸ਼ੂ ਹੈ ਜਿਹੜਾ ਉਹ ਇੱਕੋ ਇੱਕ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਕਿ ਅੱਜ ਜਹਾਜ਼ ਫੜ ਕੇ ਇੱਥੋਂ ਸਾਰਾ ਵੇਚ ਵੱਟ ਕੇ ਬਾਹਰ ਨੂੰ ਜਾ ਰਹੇ ਨੇ, ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਜਦੋਂ ਨੌਕਰੀਆਂ ਉਹਨਾਂ ਨੂੰ ਮਿਲ ਗਈਆਂ, ਇੱਕ ਰਿਸਪੈਕਟੇਬਲ ਜ਼ਿੰਦਗੀ ਉਹਨਾਂ ਨੇ ਜੀਣੀ ਸ਼ੁਰੂ ਕਰਤੀ, ਅਤੇ ਆਪੇ ਉਹ ਆਟਾ ਦਾਲਾਂ ਵੀ ਖਰੀਦ ਲੈਣਗੇ, ਆਪੇ ਉਹ ਬਿਜਲੀ ਦਾ ਬਿੱਲ ਵੀ ਭਰ ਸਕਦੇ ਨੇ, ਆਪੇ ਉਹ ਮੋਬਾਈਲ ਵੀ ਖਰੀਦ ਸਕਦੇ ਨੇ, ਆਪੇ। ਔਰ ਉਹ ਜਿਹੜੀ ਲਾਈਫ ਹੋਏਗੀ ਨਾ, ਉਹ ਰਿਸਪੈਕਟ ਵਾਲੀ ਹੋਏਗੀ। ਪੰਜਾਬੀ ਹਮੇਸ਼ਾ ਐ ਹੱਥ ਰੱਖਣ ਦੇ ਲਈ ਜਾਣੇ ਜਾਂਦੇ ਨੇ। ਐਂ ਤਾਂ ਕਦੇ ਪੰਜਾਬੀਆਂ ਨੇ ਕੀਤਾ ਹੀ ਨਹੀਂ ਹੈਗਾ ਜਿਹੜਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਕਰਾਤਾ, ਪੋਲੀਟੀਕਲ ਪਾਰਟੀਆਂ ਨੇ। ਸੋ ਆਹ ਜਦੋਂ ਤੱਕ ਪੰਜਾਬੀਆਂ ਦਾ ਹੱਥ, ਇਕੱਲੇ ਪੰਜਾਬੀ ਦਾ ਹੱਥ ਐ ਨਹੀਂ ਹੁੰਦਾ ਹੈਗਾ, ਉਦੋਂ ਤੱਕ ਮੈਂ ਸਮਝਦਾ ਕਿ ਆਪਣਾ, ਤੁਹਾਡਾ, ਮੇਰਾ, ਆਪਣੇ ਬਜ਼ੁਰਗਾਂ ਦਾ ਪੰਜਾਬ ਜਿਹੜਾ ਉਹ ਦੂਰ ਹੈ। ਡਾਕਟਰ ਸਾਹਿਬ, ਸਕੀਮਾਂ ਦੀ ਗੱਲ ਕੀਤੀ ਆ, ਆਟਾ ਦਾਲ ਦੀ ਤੁਸੀਂ ਕੀਤੀ ਆ, ਤੁਸੀਂ ਦੱਸਿਆ ਵੀ ਪੰਜਾਬੀ ਆਏ ਨਹੀਂ, ਹੱਥ ਕਰਦੇ ਪੰਜਾਬੀ ਆਏ, ਪਰ ਕੇਜਰੀਵਾਲ ਵੀ ਐਲਾਨ ਕਰ ਰਹੇ ਨੇ 1000 ਰੁਪਇਆ ਮਹਿਲਾਵਾਂ ਨੂੰ ਦੇਣ ਦਾ। ਕਿੱਥੋਂ ਹੋਊਗਾ? ਕਿਉਂਕਿ ਖਜ਼ਾਨੇ ਦੀ ਹਾਲਤ ਬੜੀ ਮਾੜੀ। ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜਿਵੇਂ ਗੁਰੂ ਸਾਹਿਬ ਨੇ ਕਿਹਾ, ਗੁਰੂ ਕੀ ਗੋਲਕ ਗਰੀਬ ਦਾ ਮੂੰਹ।
ਜਿਹੜਾ ਖਜ਼ਾਨਾ ਹੁੰਦਾ ਨਾ, ਸਰਕਾਰੀ ਖਜ਼ਾਨਾ ਹੁੰਦਾ, ਉਹ ਇੱਕ ਤਰੀਕੇ ਨਾਲ ਗੁਰੂ ਦੀ ਗੋਲਕੀ ਹੁੰਦੀ ਹੈ। ਉਹਦਾ ਸਭ ਤੋਂ ਵੱਧ ਹੱਕ ਹੁੰਦਾ ਗਰੀਬਾਂ ਦਾ, ਉਹ ਸਭ ਤੋਂ ਵੱਧ ਹੱਕ ਹੁੰਦਾ। ਜਿਹੜੀਆਂ ਅਸੀਂ ਅਰਵਿੰਦ ਕੇਜਰੀਵਾਲ ਜੀ ਜਿਹੜੀਆਂ ਸਕੀਮਾਂ ਅਨਾਉਂਸ ਕਰ ਰਹੇ ਨੇ, ਉਹ ਪੈਸਾ ਆਊਗਾ ਜਿਹੜੇ ਇਹ ਮਾਫੀਆ ਚੱਲ ਰਹੇ ਨੇ, ਚਾਹੇ ਰੇਤ ਮਾਫੀਆ, ਬਿਜਲੀ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਕੇਬਲ ਮਾਫੀਆ, ਚਾਹੇ ਸ਼ਰਾਬ ਮਾਫੀਆ, ਇਹ ਜਦੋਂ ਮਾਫੀ ਸਾਰੇ ਬੰਦ ਹੋ ਜਾਣਗੇ, ਘੱਟੋ ਘੱਟ 25-30 ਹਜ਼ਾਰ ਕਰੋੜ ਜਿਹੜਾ ਸਾਲਾਨਾ ਇਹ ਐਡੀਸ਼ਨਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਆਊਗਾ। ਜਿਹੜੀ ਕਰਪਸ਼ਨਾਂ ਠੱਗੀਆਂ ਚੋਰੀਆਂ ਚੱਲ ਰਹੀਆਂ ਨੇ, ਕਮਿਸ਼ਨ ਪੂਰੀ ਚੱਲ ਰਹੀ, ਉਹ ਬੰਦ ਉਹ 10-12-15 ਹਜ਼ਾਰ ਉਹਦੇ ਨਾਲ ਆ ਸਕਦੇ। ਤਕਰੀਬਨ 45 ਕਰੋੜ ਜਦੋਂ ਇੱਕ ਸਾਲ ਦੇ ਵਿੱਚ ਆ ਸਕਦਾ ਹੈ, ਅਤੇ ਫਿਰ ਲੋਕਾਂ ਨੂੰ ਉਹ ਦੇਣ ਦੇ ਵਿੱਚ ਕੀ ਹਰਜ਼ ਹੈ। ਸੋ ਇਸ ਕਰਕੇ ਇੱਕ ਵਾਰੀ ਲੋੜਵੰਦਾਂ ਨੂੰ ਦੇਣ ਦੀ ਲੋੜ ਹੈ, ਉਸ ਤੋਂ ਮੁੜ ਕੇ ਮਾਹੌਲ ਇਹੋ ਜਿਹਾ ਕ੍ਰੀਏਟ ਕੀਤਾ ਜਾਊਗਾ ਜਿਹਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਉਹ ਆਪ ਆਪਦੇ ਪੈਰਾਂ ਦੇ ਉੱਪਰ ਖੜੇ ਹੋਣਗੇ ਅਤੇ ਉਹਨਾਂ ਦੀ ਡਿਪੈਂਡੈਂਸ ਸਰਕਾਰ ਦੇ ਉੱਪਰ ਹੌਲੀ ਹੌਲੀ ਘੱਟ ਜਾਊਗੀ। ਇਹ ਸਨ ਅਮਨ ਅਰੋੜਾ, ਵਿਧਾਇਕ ਸੁਨਾਮ, ਜਿਹੜੇ ਮੁੜ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਤੋਂ ਦਾਅਵੇਦਾਰ ਨੇ, ਦੁਬਾਰਾ ਕਿਸਮਤ ਅਜਮਾਈ ਕਰ ਰਹੇ ਨੇ। ਉਹਨਾਂ ਨੇ ਬੇਬਾਕੀ ਨਾਲ ਗੱਲਾਂ ਕੀਤੀਆਂ, ਅੱਡ-ਅੱਡ ਮੁੱਦਿਆਂ 'ਤੇ ਗੱਲਾਂ ਕੀਤੀਆਂ। ਉਹਨਾਂ ਨੇ ਪੰਜਾਬ ਨੂੰ ਇੱਕ ਸੈਕੂਲਰ ਸਟੇਟ ਦੱਸਿਆ ਵੀ ਇੱਥੇ ਕੋਈ ਜ਼ਿਆਦਾ ਅਸਰ ਦਿਖੂਗਾ ਤਾਂ ਨਹੀਂ ਹੋਣਾ। ਉਹਨਾਂ ਨੇ ਆਪ ਦੀਆਂ ਯੋਜਨਾਵਾਂ ਵੀ ਦੱਸੀਆਂ ਵੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਐਲਾਨ ਕਰਦੇ ਨੇ ਕਿਸ ਤਰ੍ਹਾਂ ਪੂਰੇ ਕਰਨਗੇ, ਕਿਸ ਤਰ੍ਹਾਂ ਪੰਜਾਬ ਦਾ ਖਜ਼ਾਨਾ ਭਰਿਆ ਜਾਊਗਾ। ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆੜੇ ਹੱਥੀ ਲਿਆ, ਅੱਡ-ਅੱਡ ਮੁੱਦਿਆਂ 'ਤੇ ਉਹਨਾਂ ਨੂੰ ਘੇਰਨ ਦਾ ਯਤਨ ਕੀਤਾ। ਇਹ ਵੀ ਚੈਲੰਜ ਕੀਤਾ ਵੀ ਉਹਨਾਂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਚਰਨਜੀਤ ਸਿੰਘ ਚੰਨੀ ਦੇ ਰਿਪੋਰਟ ਕਾਰਡ 'ਤੇ ਮੋਹਰ ਲਾ ਦੇਣ, ਇਹ ਬਹੁਤ ਬਿਹਤਰ ਹੋਊਗਾ। ਅਮਨਦੀਪ ਸਿੰਘ ਬਿੱਟਾ, ਸੰਗਰੂਰ ਤੋਂ, ਕੈਮਰਾਮੈਨ ਦਰਸ਼ਨ ਬਾਦਵਾਲਾ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ। ਐਸੀ ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸੀ ਵਜੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਆ ਦਿੱਤਾ ਮੈਨੂੰ ਇਸ ਸਰਕਾਰ ਨੇ। ਹੁਣ ਨਹੀਂ, ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।